नर दुख में दुख नहीं मानै। सुख स्नेहु अर भै नहीं जाकै, कंचन माटी मानै। ਇਹਨਾਂ ਸਤਰਾਂ ਦੇ ਵਿੱਚ, ਇਸ ਪਾਵਲ ਕਲਾਮ ਦੇ ਵਿੱਚ ਰੂਹਾਨੀ ਕਲਾਮ ਦੇ ਵਿੱਚ ਰੂਹਾਨੀ ਇਲਮ ਦੇ ਅੰਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਦੱਸਿਆ, ਸਮਝਾਇਆ ਇਹ ਪਾਤਸ਼ਾਹ ਨੇ ਕਿ ਜਿਹੜਾ ਗਿਆਨੀ ਹੈ ਨਾ, ਜਿਹਨੂੰ ਗਿਆਨ ਦਾ ਇਲਮ ਹੋ ਗਿਆ ਏ, ਜਿਹਨੂੰ ਆਪਣੇ ਸਤਿਗੁਰ ਦੇ ਉਪਦੇਸ਼ ਦੀ ਸਮਝ ਆ ਗਈ ਹੈ, ਜਿਹੜਾ ਸੁਰਤ ਸ਼ਬਦ ਮਾਰਗ ਤੇ ਤੁਰ ਪਿਆ ਏ, ਜਿਹੜਾ ਨਾਮ ਦੇ ਮਾਰਗ ਤੇ ਤੁਰ ਪਿਆ ਏ, ਉਹਨੂੰ ਸਮਝ ਆ ਜਾਂਦੀ ਹੈ ਕਿ ਦੁੱਖ ਅਤੇ ਸੁੱਖ ਇਹ ਦੋਵੇਂ ਬਰਾਬਰ ਹੀ ਹਨ। ਦੁੱਖ ਸੁੱਖ ਦੋਏ ਦਰ ਕੱਪੜੇ, ਪੈਰ ਹੈ ਜਾਏ ਮਨੁੱਖ। ਗਿਆਨੀ ਮਨੁੱਖ ਨੂੰ ਸਮਝ ਆ ਗਈ, ਉਸ ਪਰਮੇਸ਼ਰ ਨੇ ਇਹ ਜੋ ਸੰਸਾਰ ਬਣਾਇਆ ਹੈ, ਸੰਸਾਰ ਦੇ ਅੰਦਰ ਜਿਹੜੇ ਦੁੱਖ ਪੈਦਾ ਕੀਤੇ ਹਨ, ਉਸ ਵਾਹਿਗੁਰੂ ਜੀ ਨੇ ਜਿੰਨੇ ਵੀ ਦੁੱਖ ਪੈਦਾ ਕੀਤੇ, ਜਿੰਨੀਆਂ ਵੀ ਪਰੇਸ਼ਾਨੀਆਂ ਤਕਲੀਫਾਂ ਪੈਦਾ ਕੀਤੀਆਂ ਹਨ, ਉਹ ਤਕਲੀਫਾਂ ਪਰੇਸ਼ਾਨੀਆਂ ਦੁੱਖ ਉਹ ਤਾਂ ਹੀ ਵਾਹਿਗੁਰੂ ਜੀ ਨੇ ਬਣਾਏ ਕਿ ਸਾਨੂੰ ਬਾਅਦ ਦੇ ਵਿੱਚ ਸੁੱਖ ਪ੍ਰਾਪਤ ਹੋਵੇ। ਦੁੱਖ ਪੈਦਾ ਕਰਨ ਵਾਲਾ ਪਰਮੇਸ਼ਰ ਆਪ ਹੀ ਹੈ, ਤੇ ਉਹ ਮਾਲਕ ਸਾਨੂੰ ਦੁੱਖ ਦਿੰਦਾ ਇਸੇ ਕਰਕੇ ਹੈ ਕਿ ਸਾਨੂੰ ਬਾਅਦ ਦੇ ਵਿੱਚ ਸੁੱਖ ਦੀ ਅਨੁਭੂਤੀ ਪ੍ਰਾਪਤ ਹੋਵੇ। ਸੁੱਖ ਲੈਣ ਵਾਸਤੇ ਜੀਵ ਆਤਮਾ ਨੂੰ ਪਰਿਸ਼ਰਮ ਕਰਨਾ ਪੈਂਦਾ ਹੈ। ਜਿੰਨੇ ਸਮੇਂ ਤੱਕ ਇਹ ਜੀਵ ਆਤਮਾ ਦੁੱਖ ਨਾਲ ਲੜਦੀ ਨਹੀਂ, ਪਰੇਸ਼ਾਨੀਆਂ ਦਾ ਮੁਕਾਬਲਾ ਨਹੀਂ ਕਰਦੀ, ਰੁਕਾਵਟਾਂ ਨੂੰ, ਪਰੇਸ਼ਾਨੀਆਂ ਨੂੰ, ਤਕਲੀਫਾਂ ਨੂੰ ਸਹਿਣ ਨਹੀਂ ਕਰਦੀ, ਓਨੇ ਸਮੇਂ ਤੱਕ ਇਹਨੂੰ ਸੁੱਖ ਪ੍ਰਾਪਤ ਹੀ ਨਹੀਂ ਹੋ ਸਕਦਾ। ਇਸ ਲਈ ਗਿਆਨੀ ਮਨੁੱਖ ਨੂੰ ਸਮਝ ਆ ਗਈ ਹੈ ਕਿ ਦੁੱਖ ਤੇ ਸੁੱਖ ਦੋਵੇਂ ਬਰਾਬਰ ਹੀ ਹਨ। ਇਹਨਾਂ ਨੂੰ ਪੈਦਾ ਕਰਨ ਵਾਲਾ ਪਰਮੇਸ਼ਰ ਆਪ ਹੀ ਹੈ। ਉਦਾਹਰਨ ਦੇ ਤੌਰ ਤੇ ਆਪਾਂ ਇਸ ਤਰ੍ਹਾਂ ਸਮਝੀਏ, ਵੇਖੋ ਇੱਕ ਕਿਸਾਨ ਹੈ, ਉਹ ਰਾਤ ਨੂੰ ਉੱਠਦਾ ਹੈ, ਭਾਵੇਂ ਠੰਡ ਹੋਵੇ ਗਰਮੀ ਹੋਵੇ, ਆਪਣੀ ਕਹੀ ਲੈ ਕੇ ਜਾਂ ਵਰਤੋਂ ਦਾ ਲੋੜੀਂਦਾ ਕੋਈ ਵੀ ਸਮਾਨ ਲੈ ਕੇ ਅੱਧੀ ਰਾਤ ਨੂੰ ਖੇਤਾਂ ਵਿੱਚ ਜਾਂਦਾ ਹੈ, ਦੁੱਖ ਭੋਗਦਾ ਹੈ ਅੱਧੀ ਰਾਤ। ਹੁਣ ਸਰਦੀ ਦਾ ਦਿਨ ਹੈ ਤੇ ਬਰਸਾਤ ਵੀ ਪੈਂਦੀ ਹੋਵੇ, ਹੁਣ ਕੋਈ ਮਨੁੱਖ ਚਾਹੁੰਦਾ ਹੈ ਕਿ ਮੈਂ ਆਪਣੇ ਜੁੱਲੇ ਵਿੱਚੋਂ ਬਾਹਰ ਆਵਾਂ ਤੇ ਮੈਂ ਕੰਮ ਤੇ ਜਾਵਾਂ, ਨਹੀਂ ਜਾਣ ਨੂੰ ਮਨ ਕਰਦਾ। ਜਾਵਾਂਗੇ ਦੁੱਖ ਮਿਲੇਗਾ, ਦੁੱਖ ਭੋਗਣਾ ਪਵੇਗਾ ਸਰੀਰ ਨੂੰ। ਪਰ ਜਿਹੜਾ ਕਿਸਾਨ ਅੱਧੀ ਰਾਤ ਨੂੰ ਉੱਠ ਕੇ ਵੱਟਾਂ ਬੰਨ੍ਹਦਾ ਏ, ਫਿਰ ਪਾਣੀ ਦਿੰਦਾ ਏ ਖੇਤਾਂ ਨੂੰ, ਦੁੱਖ ਤੇ ਭੋਗਦਾ ਏ। ਪਰ ਜਦੋਂ ਫਸਲ ਪੱਕ ਜਾਂਦੀ ਹੈ, ਜਦੋਂ ਉਹਨੂੰ ਅਨਾਜ ਮਿਲਦਾ ਏ, ਅਨਾਜ ਵੱਟ ਕੇ ਜਦੋਂ ਪੈਸੇ ਕਮਾਉਂਦਾ ਲੱਖਾਂ ਦੇ ਹਿਸਾਬ ਦੇ ਵਿੱਚ, ਫਿਰ ਉਹ ਦੁੱਖ ਉਹਨੂੰ ਸਾਰਾ ਭੁੱਲ ਜਾਂਦਾ ਹੈ ਤੇ ਫਿਰ ਸੁੱਖ ਦੀ ਅਨੁਭੂਤੀ ਮਿਲਦੀ ਹੈ। ਜੇ ਕਿਸਾਨ ਦੁੱਖ ਨਾ ਭੋਗੇ ਤੇ ਕੀ ਉਹਨੂੰ ਲੱਖਾਂ ਦੇ ਹਿਸਾਬ ਦੇ ਵਿੱਚ ਪੈਸੇ ਪ੍ਰਾਪਤ ਹੋਣਗੇ?
ਕਿ ਉਹਨੂੰ ਅਨਾਜ ਮਿਲ ਜਾਵੇਗਾ ਖਾਣ ਵਾਸਤੇ। ਆਪਾਂ ਵੀ ਖਾਂਦੇ ਹਾਂ, ਸਾਰੇ ਖਾਂਦੇ ਹਾਂ ਆਪਾਂ। ਕਿਸਾਨ ਬੀਜਦਾ ਏ, ਵਾਹੀ ਖੇਤੀ ਕਰਦਾ ਏ, ਅੱਧੀ ਰਾਤ ਨੂੰ ਉੱਠਦਾ ਏ, ਦੁੱਖ ਤਕਲੀਫਾਂ ਭੋਗਦਾ ਏ, ਤੇ ਆਪਾਂ ਸਾਰੇ ਅਨਾਜ ਖਾਂਦੇ। ਇਸ ਲਈ ਵੇਖੋ, ਦੁੱਖ ਪਰਮੇਸ਼ਰ ਨੇ ਬਣਾਇਆ, ਪਰ ਦੁੱਖ ਦੇ ਪਿੱਛੋਂ ਸੁੱਖ ਜ਼ਰੂਰ ਆਉਂਦਾ ਏ। ਜਾਂ ਫਿਰ ਇਸ ਤਰ੍ਹਾਂ ਵੀ ਸਮਝੀਏ, ਇੱਕ ਮਾਂ ਜਦੋਂ ਗਰਭਵਤੀ ਹੋ ਜਾਂਦੀ ਹੈ ਤੇ 9 ਮਹੀਨੇ ਉਹ ਸੰਤਾਪ ਭੋਗਦੀ ਹੈ, ਤਕਲੀਫ ਭੋਗਦੀ ਹੈ, ਪੀੜਾਂ ਸਹਾਰਦੀ ਹੈ, ਦਰਦ ਸਹਾਰਦੀ ਹੈ। 9 ਮਹੀਨੇ 9 ਮਹੀਨਿਆਂ ਦੇ ਬਾਅਦ ਜਦੋਂ ਬੱਚਾ ਜਨਮ ਲੈਂਦਾ ਏ, ਫਿਰ ਬੱਚੇ ਨੂੰ ਜਦੋਂ ਵੇਖਦੀ ਹੈ ਤੇ ਉਹਦੀ ਖੁਸ਼ੀ ਦਾ ਕੋਈ ਅੰਤ ਹੀ ਨਹੀਂ ਰਹਿ ਜਾਂਦਾ। ਖੁਸ਼ੀ ਦੀਆਂ ਹੱਦਾਂ ਸਾਰੀਆਂ ਟੱਪ ਜਾਂਦੀਆਂ ਹਨ, ਸਾਰੀਆਂ। ਇਸ ਲਈ 9 ਮਹੀਨੇ ਮਾਂ ਨੇ ਦੁੱਖ ਭੋਗਿਆ। 9 ਮਹੀਨੇ ਦੇ ਦੁੱਖ ਭੋਗਣ ਤੋਂ ਬਾਅਦ ਮਾਂ ਨੂੰ ਐਸਾ ਸੁੱਖ ਮਿਲਿਆ ਏ, ਪਿਤਾ ਨੂੰ ਐਸਾ ਸੁੱਖ ਮਿਲਿਆ ਏ, ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਜਿਹਨੂੰ ਆਪਾਂ ਲਿਖ ਹੀ ਨਹੀਂ ਸਕਦੇ। ਅੰਤ ਹੈ ਸੁੱਖ ਦਾ। ਪਰੇ ਤੋਂ ਪਰੇ ਮਾਂ ਸੁੱਖ ਭੋਗਦੀ ਹੈ ਜਦੋਂ ਵੇਖਦੀ ਹੈ ਕਿ ਮੇਰਾ ਬੱਚਾ, ਮੇਰੇ ਕੁੱਖ ਵਿੱਚੋਂ ਬੱਚੇ ਨੇ ਜਨਮ ਲਿਆ। ਤੇ ਜੇ ਕੋਈ ਡਾਕਟਰ ਉਸ ਮਾਂ ਨੂੰ ਆਖੇ, ਜੋ ਤੈਨੂੰ ਤਕਲੀਫ ਹੋ ਰਹੀ ਹੈ, ਜੋ ਤੈਨੂੰ ਪੀੜਾਂ ਚੱਲ ਰਹੀਆਂ ਹਨ, ਮੈਂ ਇਹ ਖਤਮ ਕਰ ਸਕਦਾ। ਜੇ ਤੂੰ ਚਾਹਵੇਂ ਕਿ ਮੈਂ ਇਹ ਪੀੜ, ਇਹ ਦਰਦ ਖਤਮ ਕਰ ਦਿੰਨਾ, ਤੂੰ ਇਹਦੇ ਨਾਲ ਰਾਜੀ ਆ? ਮਾਂ ਦਾ ਜਵਾਬ ਹੋਵੇਗਾ ਕਿ ਨਹੀਂ, ਇਹ ਪੀੜ, ਇਹ ਦਰਦ ਮੈਂ ਜ਼ਰੂਰ ਸਹਾਰਾਂਗੀ, ਕਿਉਂਕਿ ਸੁੱਖ ਭੋਗਣਾ ਹੈ, ਬਾਅਦ ਵਿੱਚ ਖੁਸ਼ੀ ਲੈਣੀ ਆ। ਇਸ ਲਈ ਖੁਸ਼ੀ ਲੈਣ ਵਾਸਤੇ, ਸੁੱਖ ਲੈਣ ਵਾਸਤੇ ਮਾਂ ਜਿਹੜੀ ਹੈ 9 ਮਹੀਨੇ ਤਕਲੀਫ ਭੋਗਦੀ ਹੈ, ਦਰਦ ਸਹਾਰਦੀ ਹੈ। ਇਸ ਲਈ ਵੇਖੋ, ਪਰਮੇਸ਼ਰ ਨੇ ਜੇ ਦੁੱਖ ਬਣਾਇਆ ਹੈ ਨਾ, ਦੁੱਖ, ਪਰੇਸ਼ਾਨੀਆਂ, ਤਕਲੀਫਾਂ, ਮੁਸੀਬਤਾਂ, ਰੁਕਾਵਟਾਂ ਇਸੇ ਕਰਕੇ ਉਹਨੇ ਬਣਾਈਆਂ ਹਨ ਕਿ ਬਾਅਦ ਵਿੱਚ, ਅਖੀਰ ਵਿੱਚ ਸਾਨੂੰ ਭਰਪੂਰ ਮਾਤਰਾ ਦੇ ਵਿੱਚ ਸੁੱਖ ਪ੍ਰਾਪਤ ਹੋਵੇ। ਜਾਂ ਫਿਰ ਆਪਾਂ ਹੋਰ ਵੀ ਉਦਾਹਰਨ ਲੈ ਕੇ ਸਮਝੀਏ। ਵੇਖੋ, ਜਿਹੜੀ ਤਿਤਲੀ ਹੈ ਨਾ, ਤਿਤਲੀ ਜਿਹੜੀ ਹੈ, ਤਿਤਲੀ ਸਭ ਤੋਂ ਪਹਿਲਾਂ ਇੱਕ ਕੀੜਾ ਹੁੰਦੀ ਹੈ। ਉਹ ਕੀੜਾ ਕੀ ਕਰਦਾ ਏ? ਕੀੜਾ ਕਿਸੇ ਰੁੱਖ ਤੇ ਬੈਠ ਕੇ ਜਾਂ ਕਿਤੇ ਵੀ ਬੈਠ ਕੇ, ਕਿਸੇ ਪੱਤੇ ਤੇ ਬੈਠ ਕੇ, ਪਹਿਲਾਂ ਆਪਣੇ ਆਸੇ ਪਾਸੇ ਉਹ ਇੱਕ ਘਰ ਬਣਾਉਂਦਾ ਏ। ਕੀੜਾ ਘਰ ਬਣਾ ਕੇ, ਕੀੜਾ ਉਹਦੇ ਵਿੱਚ ਰਹਿੰਦਾ ਏ, ਕਾਫੀ ਲੰਮੇ ਸਮੇਂ ਤੱਕ ਉਹਦੇ ਵਿੱਚ ਰਹਿੰਦਾ ਏ। ਫਿਰ ਕੁਝ ਸਮੇਂ ਬਾਅਦ ਉਹ ਜਿਹੜਾ ਕੀੜਾ ਉਸ ਘਰ ਵਿੱਚ ਰਹਿੰਦਾ ਸੀ, ਉਸ ਘਰ ਦੇ ਵਿੱਚ ਨਿੱਕਾ ਜਿਹਾ ਛੇਕ ਹੋ ਜਾਂਦਾ ਏ। ਫਿਰ ਉਹ ਛੇਕ ਅੱਜ, ਕੱਲ੍ਹ, ਪਰਸੋਂ ਥੋੜ੍ਹਾ ਥੋੜ੍ਹਾ ਵੱਡਾ ਹੋਈ ਜਾਂਦਾ ਏ। ਫਿਰ ਤਿਤਲੀ ਉਹਦੇ ਵਿੱਚੋਂ ਆਪਣਾ ਮੂੰਹ ਕੱਢਦੀ ਹੈ। ਤਿਤਲੀ ਉਸ ਘਰ ਵਿੱਚੋਂ, ਛੇਕ ਵਿੱਚੋਂ ਆਪਣਾ ਮੂੰਹ ਕੱਢਦੀ ਹੈ ਤੇ ਬਾਹਰ ਨੂੰ ਨਿਕਲਦੀ ਹੈ। ਜਦੋਂ ਨਿਕਲਦੀ ਹੈ ਬਾਹਰ ਨੂੰ, ਤੇ ਅੱਧ ਵਿਚਕਾਰ ਆ ਕੇ ਉਹਦਾ ਪੇਟ ਜਿਹੜਾ ਹੈ ਉਸ ਘਰ ਦੇ ਵਿੱਚ ਫਸ ਜਾਂਦਾ ਹੈ। ਫਿਰ ਉਹ ਜ਼ੋਰ ਲਾਉਂਦੀ ਹੈ, ਬਹੁਤ ਜ਼ਿਆਦਾ ਜ਼ੋਰ ਲਾਉਂਦੀ ਹੈ, ਦੁੱਖ ਭੋਗਦੀ ਹੈ, ਤਕਲੀਫਾਂ ਬਹੁਤ ਭੋਗਦੀ ਹੈ। ਉਹ ਪਤਾ ਦੁੱਖ ਤਕਲੀਫ ਕਿਉਂ ਭੋਗਦੀ ਹੈ? ਕਿਉਂਕਿ ਤਿਤਲੀ ਦੇ ਪੇਟ ਦੇ ਵਿੱਚ ਖੂਨ ਭਰਿਆ ਹੁੰਦਾ ਹੈ। ਜਦੋਂ ਤਿਤਲੀ ਜ਼ੋਰ ਮਾਰਦੀ ਹੈ, ਉਹਦਾ ਪੇਟ ਨੱਪਿਆ ਜਾਂਦਾ ਹੈ। ਜਦੋਂ ਪੇਟ ਨੱਪਿਆ ਜਾਂਦਾ ਹੈ, ਪੇਟ ਦੇ ਵਿੱਚ ਜਿਹੜਾ ਲਹੂ, ਖੂਨ, ਜਿਹੜਾ ਰਕਤ ਹੈ, ਉਹ ਖੰਭਾਂ ਦੇ ਵਿੱਚ ਜਾਂਦਾ ਹੈ। ਖੰਭਾਂ ਦੇ ਵਿੱਚ ਜਦੋਂ ਖੂਨ
ਖੰਭਾਂ ਦੇ ਵਿੱਚ ਚਲਾ ਜਾਂਦਾ ਏ, ਖੰਭਾਂ ਨੂੰ ਤਾਕਤ ਮਿਲਦੀ ਹੈ ਤੇ ਫਿਰ ਜਦੋਂ ਖੂਨ ਸਾਰਿਆਂ ਖੰਭਾਂ ਵਿੱਚ ਚਲਾ ਜਾਂਦਾ ਏ, ਤਕਲੀਫ, ਪਰੇਸ਼ਾਨੀਆਂ, ਮੁਸੀਬਤਾਂ ਭੋਗਣ ਤੋਂ ਬਾਅਦ ਤਿਤਲੀ ਉਸ ਘਰ ਵਿੱਚੋਂ ਨਿਕਲ ਆਉਂਦੀ ਹੈ ਤੇ ਫਿਰ ਆਕਾਸ਼ ਹਵਾ ਦੇ ਵਿੱਚ ਉਡਾਰੀਆਂ ਮਾਰਦੀ ਹੈ। ਫਿਰ ਉਹ ਸਾਰੀ ਉਮਰ ਸੁੱਖ ਭੋਗਦੀ ਹੈ, ਸਾਰੀ ਉਮਰ। ਇਸ ਲਈ ਵਾਹਿਗੁਰੂ ਪਰਮੇਸ਼ਰ ਨੇ ਜੇ ਦੁੱਖ ਬਣਾਏ ਹਨ, ਜੇ ਵਾਹਿਗੁਰੂ ਪਰਮੇਸ਼ਰ ਨੇ ਇਸ ਸੰਸਾਰ ਵਿੱਚ ਪਰੇਸ਼ਾਨੀਆਂ, ਮੁਸੀਬਤਾਂ ਪੈਦਾ ਕੀਤੀਆਂ, ਉਹ ਸਾਡੇ ਵਾਸਤੇ ਹੀ ਕੀਤੀਆਂ ਹਨ। ਜਦੋਂ ਸਾਨੂੰ ਦੁੱਖ ਆਵੇਗਾ, ਅਸੀਂ ਪਰਮੇਸ਼ਰ ਦਾ ਨਾਮ ਜਪਾਂਗੇ, ਉਹਦੀ ਬੰਦਗੀ ਕਰਾਂਗੇ ਤੇ ਫਿਰ ਸੁੱਖ ਭੋਗਾਂਗੇ। ਹਰ ਇੱਕ ਦੁੱਖ ਮੁਸੀਬਤ ਤੋਂ ਬਾਅਦ ਜੀਵ ਆਤਮਾ ਨੂੰ ਸੁੱਖ ਮਿਲਦਾ ਹੈ। ਤੇ ਜੇ ਅਸੀਂ ਅੱਜ ਦੁੱਖ ਭੋਗ ਰਹੇ ਹਾਂ, ਪਰੇਸ਼ਾਨੀਆਂ, ਤਕਲੀਫਾਂ ਭੋਗ ਰਹੇ ਹਾਂ, ਤੇ ਇੱਕ ਸਮਾਂ, ਇੱਕ ਦਿਨ, ਇੱਕ ਰਾਤ ਐਸੀ ਆਵੇਗੀ, ਇੱਕ ਘੜੀ ਐਸੀ ਆਵੇਗੀ ਜਦੋਂ ਸਾਨੂੰ ਬਹੁਤ ਜ਼ਿਆਦਾ ਸੁੱਖ ਮਿਲੇਗਾ। ਫਿਰ ਸਾਨੂੰ ਪਤਾ ਲੱਗੇਗਾ ਕਿ ਸ਼ਾਇਦ ਦੁੱਖ ਮੈਨੂੰ ਇਸੇ ਕਰਕੇ ਹੀ ਮਿਲੇ ਸੀ ਕਿ ਮੈਂ ਇਸ ਮੰਜ਼ਿਲ ਤੱਕ ਪਹੁੰਚ ਸਕਦਾ। ਇੱਕ ਬੱਚਾ ਨੌਕਰੀ ਦੀ ਭਾਲ ਵਿੱਚ ਥਾਂ ਥਾਂ ਤੇ ਭਟਕਦਾ ਏ, ਕਿੰਨਾ ਪਰਿਸ਼ਰਮ ਕਰਦਾ ਏ, ਉਹ ਪਰੇਸ਼ਾਨੀਆਂ ਭੋਗਦਾ ਏ, ਥਾਂ ਥਾਂ ਤੇ ਜਾਂਦਾ ਏ। ਉਹਨੂੰ ਹਰ ਥਾਂ ਤੋਂ ਕਿਤੇ ਨਰਾਦਰੀ ਮਿਲਦੀ ਹੈ, ਕਿਤੇ ਪੈਸੇ ਘਟ ਜਾਂਦੇ ਹਨ, ਕਿਤੇ ਘਰ ਵਿੱਚ ਕੋਈ ਪਰੇਸ਼ਾਨੀ ਆ ਜਾਂਦੀ ਹੈ, ਕਦੇ ਕਿਸੇ ਕੋਲੋਂ ਪੈਸੇ ਉਧਾਰੇ ਲੈਣੇ ਪੈਂਦੇ ਹਨ, ਕਦੇ ਕੋਈ ਮੁੱਕਰ ਜਾਂਦਾ ਏ, ਕਦੇ ਕੋਈ ਲਾਰਾ ਲਾ ਦਿੰਦਾ ਏ। ਇੰਨੀਆਂ ਨੂੰ ਪਰੇਸ਼ਾਨੀਆਂ ਭੋਗਣੀਆਂ ਪੈਂਦੀਆਂ ਹਨ। ਪਰ ਜਦੋਂ ਉਹਨੂੰ ਨੌਕਰੀ ਮਿਲਦੀ ਹੈ ਨਾ, ਜਦੋਂ ਨੌਕਰੀ ਮਿਲਦੀ ਹੈ, ਫਿਰ ਉਹਨੂੰ ਅਹਿਸਾਸ ਹੁੰਦਾ ਹੈ ਕਿ ਇਹ ਜਿੰਨੀਆਂ ਵੀ ਪਰੇਸ਼ਾਨੀਆਂ ਮੈਂ ਭੋਗੀਆਂ, ਇਹ ਪਰੇਸ਼ਾਨੀਆਂ ਮੈਨੂੰ ਇਸੇ ਕਰਕੇ ਮਿਲੀਆਂ ਕਿ ਮੈਂ ਸ਼ਾਇਦ ਇਸ ਮੰਜ਼ਿਲ 'ਤੇ ਆਉਣਾ ਸੀ, ਇਸ ਮੰਜ਼ਿਲ 'ਤੇ ਮੈਂ ਆਉਣਾ ਸੀ। ਇਸੇ ਕਰਕੇ ਉਹ ਵਾਹਿਗੁਰੂ ਮੈਨੂੰ ਥਾਂ ਥਾਂ 'ਤੇ ਭਟਕਾਉਂਦਾ ਪਿਆ ਸੀ, ਤਕਲੀਫਾਂ ਦਿੰਦਾ ਪਿਆ ਸੀ। ਇਸੇ ਕਰਕੇ ਮੈਨੂੰ ਹਰ ਇੱਕ ਜਗ੍ਹਾ ਤੋਂ ਜਵਾਬ ਮਿਲਦਾ ਸੀ। ਇਸ ਲਈ ਭਾਈ ਵਾਹਿਗੁਰੂ ਜੀ ਨੇ ਦੁੱਖ ਤੇ ਸੁੱਖ ਸਾਡੇ ਵਾਸਤੇ ਹੀ ਬਣਾਏ ਹਨ, ਪਰ ਸਾਨੂੰ ਇਸ ਦੀ ਸਮਝ ਨਹੀਂ। ਪਰ ਗਿਆਨੀ ਨੂੰ ਸਮਝ ਆ ਜਾਂਦੀ ਹੈ। ਜਿਹੜਾ ਗਿਆਨੀ ਪੁਰਖ ਹੈ ਨਾ, ਜੋ ਮਹਾਂਪੁਰਖ ਹੈ, ਜੋ ਨਾਮ ਦਾ ਅਭਿਆਸੀ ਹੈ, ਜੋ ਉਸ ਈਸ਼ਵਰ ਨੂੰ ਹਾਜ਼ਰ ਨਾਜ਼ਰ ਜਾਣਦਾ ਏ, ਜੋ ਉਹਦੇ ਨਾਲ ਜੁੜਿਆ ਏ, ਉਹਦੇ ਸਤ ਸੰਗ ਨਾਲ, ਜੋ ਗੁਰਦੇਵ ਨਾਲ, ਸੰਤ ਦੇ ਨਾਲ, ਮਹਾਂਪੁਰਖਾਂ ਨਾਲ ਜੁੜਿਆ ਏ, ਉਹ ਭਗਤੀ ਕਰਕੇ, ਸਾਧਨਾ ਕਰਕੇ ਤੇ ਇਸ ਉਪਦੇਸ਼ ਨੂੰ, ਵਾਹਿਗੁਰੂ ਦੇ ਹੁਕਮ ਨੂੰ ਸਮਝ ਲੈਂਦਾ ਹੈ।